ਗੁਰਮੁਖ ਗਿਆਨ ਧੁਰ ਕਰਮ ਲਿਖਿਆਸ। ਜਿਨੇ ਗੁਰੂ ਦੇ ਸਨਮੁਖ ਹੋ ਕੇ ਗਿਆਨ ਲੈ ਲਿਆ, ਜਿਹਨੂੰ ਸਮਝ ਆ ਗਈ, ਗਿਆਨ ਦਾ ਮਤਲਬ ਸਮਝ ਆ ਜਾਣੀ, ਵੀ ਸਮਝ ਆ ਗਈ ਜਿਹਨੂੰ ਗੁਰੂ ਦੇ ਦੁਆਰਾ ਗਿਆਨ ਲੈ ਕੇ ਅਗਿਆਨਤਾ ਦਾ ਹਨੇਰਾ ਜਿਹਦਾ ਕੱਟਿਆ ਗਿਆ, ਉਹਨੂੰ ਸਮਝ ਆ ਗਈ ਕਿ ਮੈਨੂੰ ਦਾਤ ਨਹੀਂ ਦਾਤਾਰ ਚਾਹੀਦਾ ਹੈ। ਜਿਹਨੂੰ ਸਮਝ ਆ ਗਈ ਉਹਨੇ ਫਿਰ ਮੰਗ ਮਾਇਆਵੀ ਪਦਾਰਥਾਂ ਦੀ ਨਹੀਂ ਕੀਤੀ। ਜਿਹਨੂੰ ਗੁਰੂ ਦੇ ਰਾਹੀਂ ਗਿਆਨ ਪ੍ਰਾਪਤ ਹੋ ਗਿਆ, ਉਹ ਫਿਰ ਸੇਵਾ ਥੋੜ੍ਹੀ ਮੰਗਣ ਬਹੁਤਾ, ਇਹ ਉਹਦਾ ਜੀਵਨ ਨਹੀਂ ਰਹਿ ਜਾਂਦਾ। ਫਿਰ ਉਹਦੇ ਜੀਵਨ ਦੇ ਅੰਦਰ ਇੱਕੋ ਹੀ ਮੰਗ ਹੁੰਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਕਿਹਨੂੰ ਕਿਉਂ ਕੌਣ ਇਹ ਮੰਗ ਮੰਗੇਗਾ? ਗੁਰਮੁਖ ਗਿਆਨ, ਜਿਹਨੂੰ ਗੁਰੂ ਦੁਆਰਾ ਗਿਆਨ ਮਿਲ ਗਿਆ, ਜਿਹਨੂੰ ਗੁਰੂ ਦੁਆਰਾ ਸਮਝ ਆ ਗਈ, ਗੁਰੂ ਦੁਆਰਾ ਸੋਝੀ ਆ ਗਈ, ਉਹ ਫਿਰ ਅਰਦਾਸ ਕਰਦਾ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮੇਰੇ ਮਾਲਕਾ, ਮੈਂ ਹੁਣ ਹੋਰ ਕੁਛ ਨਹੀਂ ਮੰਗਦਾ, ਬਸ ਤੇਰੇ ਨਾਮ ਦਾ ਪਦਾਰਥ ਮੰਗਦਾ ਹਾਂ। ਹੁਣ ਬਸ ਇੱਕੋ ਹੀ ਮੈਂ ਚੀਜ਼ ਮੰਗਦਾ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ, ਨਾਨਕ ਮੰਗੈ। ਬਸ ਹੁਣ ਵਾਹਿਗੁਰੂ ਤੁਹਾਡੇ ਤੋਂ ਬਗੈਰ ਹੋਰ ਕੋਈ ਮੰਗ ਅੰਦਰ ਨਹੀਂ ਰਹਿ ਗਈ। ਜਦੋਂ ਗੁਰੂ ਦੁਆਰਾ ਗਿਆਨ ਲੈ ਕੇ ਸਾਡੀ ਸੋਚ ਬਦਲ ਗਈ, ਸਾਡੀ ਮੰਗ ਬਦਲ ਗਈ, ਫਿਰ ਕੀ ਹੋਇਆ? ਜੇ ਮੰਗ ਬਦਲ ਜਾਏਗੀ ਤਾਂ ਸਮਝ ਲੈਣਾ ਤੁਹਾਡਾ ਲੇਖ ਵੀ ਬਦਲ ਗਿਆ, ਤੁਹਾਡਾ ਲੇਖ ਵੀ ਬਦਲ ਗਿਆ, ਤੁਹਾਡਾ ਕਰਮ ਵੀ ਬਦਲ ਗਿਆ। ਤੇ ਜੇ ਕਰਮ ਬਦਲ ਗਿਆ ਤੇ ਤੁਹਾਡੀ ਕਿਸਮਤ ਬਦਲ ਗਈ। ਅਸੀਂ ਕਰਮ ਬਦਲ ਨਹੀਂ ਰਹੇ ਹਾਂ, ਕਿਸਮਤ ਬਦਲਣਾ ਚਾਹੁੰਦੇ ਹਾਂ। ਕਰਮ ਨਹੀਂ ਬਦਲ ਰਹੇ, ਅਸੀਂ ਆਪਣਾ ਰਸਤਾ ਨਹੀਂ ਬਦਲ ਰਹੇ ਹਾਂ। ਅਸੀਂ ਕਹਿੰਦੇ ਕਿਸਮਤ ਬਦਲ ਜਾਏ ਸਾਡੀ। ਕਿਸਮਤ ਬਦਲਾਉਣ ਲਈ ਅਸੀਂ ਕਿੰਨਿਆਂ ਦੇ ਹੱਥੇ ਚੜ੍ਹ ਗਏ। ਕਿਸੇ ਨੇ ਸਾਡੀ ਕੁੰਡਲੀ ਲੈ ਲਈ, ਕਿਸੇ ਨੇ ਹੱਥ ਦੀਆਂ ਰੇਖਾਵਾਂ ਲੈ ਲਈਆਂ, ਕਿਸੇ ਨੇ ਕੁਛ ਲੈ ਲਿਆ। ਤੇ ਜਿਹਨੇ ਸਾਡੀ ਕਿਸਮਤ ਬਦਲਣੀ ਹੈ, ਉਹਨੂੰ ਆਪਣੀ ਕਿਸਮਤ ਦਾ ਨਹੀਂ ਪਤਾ ਵੀ ਅਗਲੇ ਪਲ ਮੇਰੇ ਜੀਵਨ 'ਚ ਕੀ ਹੋਣਾ ਹੈ। ਜੇ ਤੁਸੀਂ ਆਪਣੀ ਕਿਸਮਤ ਬਦਲਣਾ ਚਾਹੁੰਦੇ ਹੋ ਤੇ ਆਪਣਾ ਕਰਮ ਬਦਲੋ। ਜਿੰਨਾ ਚਿਰ ਕਰਮ ਨਹੀਂ ਬਦਲੋਗੇ, ਕਿਸਮਤ ਨਹੀਂ ਬਦਲਣੀ। ਹੁਣ ਕਰਮ ਕਿਵੇਂ ਬਦਲੀਏ? ਕਰਮ ਨੂੰ ਬਦਲਣ ਵਾਸਤੇ ਹੀ ਗੁਰਬਾਣੀ ਦਿੱਤੀ ਹੈ। ਜੇ ਕਰਮ ਬਦਲੇਗਾ ਤੇ ਲੇਖ ਵੀ ਬਦਲੇਗਾ। ਹੁਣ ਸ਼ਾਹੀ ਜਿਹੜੀ ਦਵਾਤ ਹੁੰਦੀ ਹੈ ਨਾ, ਦਵਾਤ, ਜੇ ਆਪਾਂ ਉਹਦੇ ਵਿੱਚ ਕਾਲੀ ਸ਼ਾਹੀ ਭਰੀਏ ਤੇ ਅੱਖਰ ਵੀ ਕਾਲੇ ਹੀ ਲਿਖੇ ਜਾਣੇ ਆ। ਹੁਣ ਕੀ ਕਰੀਏ? ਅਸੀਂ ਉਹ ਸ਼ੀਸ਼ੀ, ਉਹ ਦਵਾਤ ਨਹੀਂ ਬਦਲਣੀ, ਉਹਦੇ ਵਿੱਚੋਂ ਸ਼ਾਹੀ ਬਦਲ ਦਿਓ ਤੇ ਫਿਰ ਆਪਣੇ ਆਪ ਉਹ ਜਿਹੜੇ ਅੱਖਰ ਲਿਖੇ ਜਾ ਰਹੇ ਨੇ ਉਹ ਵੀ ਬਦਲ ਜਾਣਗੇ। ਪਹਿਲਾਂ ਕਾਲੇ ਅੱਖਰ ਸੀ, ਹੁਣ ਲਾਲ ਅੱਖਰਾਂ ਵਿੱਚ ਲਿਖਿਆ ਗਿਆ। ਕੀ ਹੋਇਆ? ਸ਼ਾਹੀ ਬਦਲ ਦਿੱਤੀ ਅਸੀਂ। ਸ਼ਾਹੀ ਚਿੱਟੇ ਰੰਗ ਦੀ ਭਰ ਦਿਓ, ਚਿੱਟੇ ਅੱਖਰਾਂ 'ਚ ਲਿਖਿਆ ਜਾਏਗਾ। ਕਾਲੀ ਸ਼ਾਹੀ ਭਰ ਦਿਓ, ਕਾਲੇ ਅੱਖਰਾਂ 'ਚ ਲਿਖਿਆ ਜਾਏਗਾ। ਨੀਲੇ ਰੰਗ ਦੀ ਸ਼ਾਹੀ ਭਰ ਦਿਓ, ਨੀਲੇ ਅੱਖਰਾਂ 'ਚ ਲਿਖਿਆ ਜਾਏਗਾ। ਸ਼ਾਹੀ ਬਦਲੀ ਸੀ ਤਾਂ ਹੀ ਰੰਗ ਬਦਲਿਆ। ਅਸੀਂ ਕਰਮ ਨਹੀਂ ਬਦਲ ਰਹੇ, ਅਸੀਂ ਲੇਖ ਬਦਲਾਉਣਾ ਚਾਹੁੰਦੇ ਹਾਂ। ਕਰਮ ਨਹੀਂ ਬਦਲ ਰਹੇ, ਕਿਸਮਤ ਬਦਲਣਾ ਚਾਹੁੰਦੇ ਹਾਂ। ਕਿਵੇਂ ਬਦਲੇਗੀ? ਮਹਾਰਾਜ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਦੇਖ। ਤੇਰੀ ਕਿਸਮਤ ਕਿੱਥੋਂ ਬਦਲੇਗੀ? ਕਰਮ ਤੂੰ ਬਦਲਣ ਨੂੰ ਤਿਆਰ ਨਹੀਂ। ਮਾੜੀ ਸੋਚ, ਮਾੜੀ ਵਿਚਾਰ, ਮਾੜੀ ਸੰਗਤ ਛੱਡਣ ਨੂੰ ਤਿਆਰ ਨਹੀਂ, ਤੇ ਤੂੰ ਕਹਿੰਦਾ ਮੇਰੀ ਕਿਸਮਤ ਬਦਲ ਜਾਏ। ਬੀਜ ਤੋਂ ਬਿਨਾਂ ਫਲ ਕਿੱਦਾਂ ਮਿਲ ਜਾਏਗਾ? ਅਸੀਂ ਕਹਿੰਦੇ ਹਾਂ ਬੀਜ ਤੋਂ ਬਿਨਾਂ ਹੀ ਫਲ ਮਿਲ ਜਾਏ। ਬੀਜ ਤਾਂ ਬੋਣਾ ਪੈਣਾ ਹੈ। ਇਸ ਲਈ ਸਾਹਿਬ ਕਹਿੰਦੇ ਗੁਰਬਾਣੀ ਤੇਰੀ ਕਿਸਮਤ ਬਦਲਣ ਲਈ ਦਿੱਤੀ ਹੈ, ਤਾਂ ਕਿ ਤੂੰ ਆਪਣੀ ਸੋਚ ਬਦਲ, ਕਰਮ ਬਦਲ। ਜਦੋਂ ਕਰਮ ਬਦਲ ਗਿਆ ਤੇਰਾ ਲੇਖ ਵੀ ਬਦਲਿਆ ਜਾਏਗਾ। ਇਸ ਲਈ ਸਤਿਗੁਰੂ ਦੀ ਬਾਣੀ ਵਿੱਚੋਂ ਅਸੀਂ ਗਿਆਨ ਲੈਣਾ ਹੈ, ਸੋਝੀ ਲੈਣੀ ਹੈ ਕਿ ਅਸੀਂ ਕਿਵੇਂ ਸੁਭਾਅ ਬਦਲਣਾ, ਕਿਵੇਂ ਆਦਤਾਂ ਬਦਲਣੀਆਂ, ਕਿਵੇਂ ਜੀਵਨ ਬਦਲਣਾ।
ਤਾਂ ਜਾ ਕੇ ਸਾਡਾ ਲੇਖ ਬਦਲਣਾ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿੰਦੇ ਗੁਰਮੁਖ ਗਿਆਨ ਜਿਨੇ ਗੁਰੂ ਦੇ ਦੁਆਰਾ ਗਿਆਨ ਹਾਸਲ ਕਰ ਲਿਆ, ਧੁਰ ਕਰਮ ਲਿਖਿਆਸ। ਧੁਰ ਤੋਂ, ਧੁਰ ਦੇ ਰਾਰੇ ਨੂੰ ਸਿਆਰੀ, ਧੁਰ ਤੋਂ ਕਰਮ, ਕਰਮ ਦੇ ਮਾਂ ਅੱਖਰ ਨੂੰ ਸਿਆਰੀ, ਧੁਰ ਤੋਂ ਉਹਦੀ ਬਖਸ਼ਿਸ਼ ਨਾਲ ਫਿਰ ਤੇਰੇ ਮਸਤਕ ਦਾ ਲੇਖ ਲਿਖਿਆ ਗਿਆ। ਇਹ ਵੀ ਧਿਆਨ ਰੱਖਿਓ, ਜਿਹਨੇ ਲਿਖਣਾ ਉਹਨੇ ਹੀ ਮਿਟਾਉਣਾ, ਹੋਰ ਕੋਈ ਮਿਟਾ ਵੀ ਨਹੀਂ ਸਕਦਾ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਜਿਹੜੇ ਕੋਈ ਆਪਾਂ ਕੋਈ ਵੀ ਲੈਂਦੇ ਆ ਐਫੀਡੇਵਿਟ, ਉਹਦੇ ਉੱਤੇ ਜਦੋਂ ਸਰਕਾਰੀ ਮੋਹਰ ਲੱਗ ਜਾਏ ਤੇ ਕੋਈ ਦੂਸਰਾ ਤੀਸਰਾ ਬੰਦਾ ਉੱਠ ਕੇ ਬਦਲਾ ਨਹੀਂ ਕਰ ਸਕਦਾ। ਸਰਕਾਰੀ ਮੋਹਰ ਲੱਗੀ ਹੈ ਤੇ ਸਰਕਾਰ ਹੀ ਉਹਨੂੰ ਬਦਲ ਸਕਦੀ ਹੈ, ਹੋਰ ਕੋਈ ਨਹੀਂ। ਇਸੇ ਤਰ੍ਹਾਂ ਜਿਹਨੇ ਸਾਡਾ ਲੇਖ ਲਿਖਿਆ ਉਹੀ ਬਦਲ ਸਕਦਾ ਹੈ, ਹੋਰ ਕੋਈ ਨਹੀਂ। ਅਸੀਂ ਜਣੇ ਖਣੇ ਨੂੰ ਆਪਣੀ ਕੁੰਡਲੀ ਦੇ ਦਿੱਤੀ, ਆਪਣੇ ਹੱਥ ਦੀਆਂ ਰੇਖਾਵਾਂ ਦਿਖਾਤੀਆਂ ਵੀ ਸ਼ਾਇਦ ਕਿਸਮਤ ਬਦਲ ਜਾਏ, ਇੱਦਾਂ ਨਹੀਂ ਬਦਲਣੀਆਂ। ਹੁਣ ਫਿਰ ਪੰਕਤੀ ਨੂੰ ਧਿਆਨ ਲਾ ਕੇ ਸਮਝ ਲਿਓ। ਯਤਨ ਇਹੀ ਹੁੰਦਾ ਹੈ ਕਿ ਆਪਣੇ ਆਪ ਨੂੰ ਵੀ ਇਹ ਸਮਝ ਆ ਜਾਏ ਤੇ ਤੁਹਾਨੂੰ ਵੀ ਗੱਲ ਸਮਝ ਆ ਜਾਏ, ਤਾਂ ਇਹ ਕਥਾ ਵਿਚਾਰ ਦਾ ਫਾਇਦਾ ਹੈ। ਸਾਹਿਬ ਜੀ ਕਹਿੰਦੇ ਗੁਰਮੁਖ ਗਿਆਨ, ਗੁਰੂ ਦੇ ਦੁਆਰਾ, ਗੁਰੂ ਦੇ ਰਾਹੀਂ। ਹੁਣ ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰਬਾਣੀ ਦੇ ਰਾਹੀਂ ਜਿਹਨੂੰ ਗਿਆਨ ਮਿਲ ਗਿਆ, ਜਿਹਨੇ ਗਿਆਨ ਮਿਲ ਗਿਆ ਉਹਨੇ ਆਪਣੀ ਸੋਚ ਬਦਲ ਲਈ, ਵਿਚਾਰ ਬਦਲ ਲਈ, ਆਦਤ ਬਦਲ ਲਈ, ਸੁਭਾਅ ਬਦਲ ਲਿਆ, ਕਰਮ ਬਦਲ ਲਿਆ। ਜਦੋਂ ਹੀ ਕਰਮ ਬਦਲਿਆ ਤੇ ਧੁਰ ਕਰਮ ਲਿਖਿਆਸ। ਹੁਣ ਕਰਮ ਦੇ ਅਰਥ ਵੀ ਬਹੁਤ ਨੇ। ਇੱਕ ਕਰਮਾਂ ਦੀ ਗੱਲ ਹੁੰਦੀ ਹੈ, ਇੱਕ ਜਿੱਥੇ ਮਾਂ ਅੱਖਰ ਮੁਕਤਾ ਹੋਵੇ ਉੱਥੇ ਬਖਸ਼ਿਸ਼, ਤੇ ਜਿੱਥੇ ਮਾਂ ਅੱਖਰ ਨੂੰ ਸਿਹਾਰੀ ਲੱਗ ਜਾਏ ਬਖਸ਼ਿਸ਼ ਦੇ ਨਾਲ। ਇੱਥੇ ਹੁਣ ਸਿਹਾਰੀ ਲੱਗ ਗਈ ਬਖਸ਼ਿਸ਼ ਨਾਲ। ਧੁਰ ਤੋਂ, ਧੁਰੋਂ ਪਰਮੇਸ਼ਵਰ ਵਾਹਿਗੁਰੂ, ਉਹ ਧੁਰ ਤੋਂ ਫਿਰ ਉਹਦੇ ਬਖਸ਼ਿਸ਼ ਨਾਲ ਉਹਦਾ ਕਰਮ ਐਸਾ ਜਿਹੜਾ ਸੀ ਉਹਦੇ ਮੁਤਾਬਕ ਲੇਖ ਲਿਖਿਆ ਗਿਆ। ਨਦਰ ਕਰੇ ਤਾਂ ਮੇਲ ਮਿਲਾਏ, ਉਹਦੀ ਨਦਰ ਹੋਈ ਤਾਂ ਉਹਨੇ ਆਪਣੇ ਨਾਲ ਮਿਲਾ ਲਿਆ। ਇਹ ਧੁਰ ਤੋਂ ਬਖਸ਼ਿਸ਼ ਹੋਏਗੀ ਤਾਂ ਸਾਡੇ ਮਸਤਕ ਤੇ ਉਹਦਾ ਮਿਲਾਪ ਲਿਖਿਆ ਜਾਣਾ। ਪਰ ਹੁਣ ਇਹ ਖੇਡ ਬਣਨੀ ਗੁਰੂ ਦੇ ਦੁਆਰਾ ਹੈ, ਗੁਰੂ ਤੋਂ ਬਗੈਰ ਗੱਲ ਨਹੀਂ ਬਣਨੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਗੈਰ ਇਹ ਗੱਲ ਸਮਝ ਨਹੀਂ ਆਉਣੀ। ਗੁਰਬਾਣੀ ਪੜ੍ਹੀਏ, ਗੁਰਬਾਣੀ ਸੁਣੀਏ, ਗੁਰਬਾਣੀ ਵਿਚਾਰੀਏ, ਤਾਂ ਕਿ ਸੋਚ ਬਦਲ ਜਾਏ, ਆਦਤ ਬਦਲ ਜਾਏ, ਜੀਵਨ ਬਦਲ ਜਾਏ, ਤੇ ਕਰਮ ਬਦਲ ਗਿਆ ਤੇ ਫਲ ਵੀ ਬਦਲ ਜਾਣਾ। ਪਹਿਲੇ ਮੈਂ ਨਿੰਮ ਦੇ ਹੀ ਬੂਟੇ ਲਾਉਂਦਾ ਰਿਹਾ ਤੇ ਮੈਨੂੰ ਫਲ ਵੀ ਨਿੰਮ ਦਾ ਹੀ ਮਿਲਦਾ ਰਿਹਾ। ਹੁਣ ਮੈਂ ਬੂਟਾ ਬਦਲ ਦਿੱਤਾ, ਹੁਣ ਮੈਂ ਨਿੰਮ ਦਾ ਨਹੀਂ ਅੰਬ ਦਾ ਬੂਟਾ ਲਾਤਾ। ਹੁਣ ਮੈਂ ਜਦੋਂ ਅੰਬ ਦਾ ਬੂਟਾ ਲਾਇਆ ਤੇ ਫਲ ਵੀ ਬਦਲ ਗਿਆ। ਪਹਿਲੇ ਮੈਂ ਜ਼ਹਿਰ ਬੀਜਦਾ ਰਿਹਾ, ਜ਼ਹਿਰ ਬੀਜਦਾ ਰਿਹਾ, ਜ਼ਹਿਰ ਦਾ ਫਲ ਮਿਲਿਆ। ਹੁਣ ਮੈਂ ਬੂਟਾ ਬਦਲ ਦਿੱਤਾ, ਹੁਣ ਮੈਂ ਅੰਮ੍ਰਿਤ ਦਾ ਬੂਟਾ ਲਾ ਦਿੱਤਾ। ਹੁਣ ਜਦੋਂ ਅੰਮ੍ਰਿਤ ਦਾ ਬੂਟਾ ਲਾਇਆ ਤੇ ਫਲ ਵੀ ਅੰਮ੍ਰਿਤ ਦਾ ਮਿਲਣਾ। ਇਹ ਤੇ ਨਹੀਂ ਬੀਜਿਆ ਬਿਖ ਮੰਗੈ ਅੰਮ੍ਰਿਤ। ਅਸੀਂ ਬੂਟਾ ਕੋਈ ਹੋਰ ਲਾ ਰਹੇ ਹਾਂ, ਫਲ ਕੋਈ ਹੋਰ ਮੰਗ ਰਹੇ ਹਾਂ, ਇਹ ਕਿਵੇਂ ਹੋ ਸਕਦਾ? ਅਸੀਂ ਬੀਜ ਕੋਈ ਹੋਰ ਪਾ ਰਹੇ ਹਾਂ, ਫਲ ਕੋਈ ਹੋਰ ਮੰਗ ਰਹੇ ਹਾਂ, ਇਹ ਕਿਵੇਂ ਹੋ ਸਕਦਾ ਹੈ? ਕਰਮ ਕੋਈ ਹੋਰ ਕਰ ਰਹੇ ਹਾਂ, ਫਲ ਕੋਈ ਹੋਰ ਮੰਗ ਰਹੇ ਹਾਂ, ਇਹ ਕਿਵੇਂ ਹੋ ਸਕਦਾ ਹੈ? ਜੋ ਕਰਮ ਕੀਤਾ ਹੈ ਉਹੀ ਫਲ ਮਿਲਣਾ ਹੈ। ਜਿਹਾ ਬੀਜੈ ਸੋ ਲੂਣੈ, ਕਰਮਾਂ ਸੰਦੜਾ ਖੇਤ। ਜੋ ਬੀਜਿਆ ਹੈ ਉਹੀ ਪਰਤ ਕੇ ਵਾਪਸ ਆਉਣਾ ਹੈ, ਜੋ ਬੀਜਿਆ ਹੈ ਉਹੀ ਮਿਲਣਾ ਹੈ। ਇਹ ਨਹੀਂ ਕਿ ਬੀਜਿਆ ਕੁਝ ਹੋਰ ਸੀ ਤੇ ਮਿਲਿਆ ਕੁਝ ਹੋਰ ਹੈ। ਜੋ ਬੀਜਾਂਗੇ ਉਹੀ ਫਲ ਮਿਲਣਾ ਹੈ। ਬੀਜ ਬਦਲ ਦਿਓਗੇ ਫਲ ਵੀ ਬਦਲ ਜਾਏਗਾ, ਕਰਮ ਬਦਲ ਦਿਓਗੇ ਤੇ ਫਲ ਵੀ ਬਦਲ ਜਾਏਗਾ। ਕਰਮ ਨਹੀਂ ਬਦਲ ਰਹੇ ਅਸੀਂ, ਕਰਮ ਉੱਥੇ ਦਾ ਉੱਥੇ ਹੀ ਹੈ। ਅਸੀਂ ਕਰਮ ਆਪਣੇ ਦੇਖੋ ਬਾਹਰੋਂ ਕਿੰਨਾ ਬਦਲਾਵ ਆ ਗਿਆ, ਬਾਹਰੋਂ ਤੇ ਅਸੀਂ ਬਹੁਤ ਬਦਲ ਚੁੱਕੇ ਹਾਂ। ਬੜਾ ਸਾਡਾ ਰਹਿਣ ਸਹਿਣ, ਖਾਣ ਪੀਣ, ਪਹਿਨਣ ਬੜਾ ਕੁਛ ਬਦਲ ਗਿਆ। ਅੰਦਰ ਅੰਦਰ ਵੇਖੋਗੇ ਤੇ ਉਵੇਂ ਦਾ ਉਵੇਂ ਹੀ ਪਿਆ। ਅਸੀਂ ਬਾਹਰੋਂ ਨਹੀਂ ਸੀ ਬਦਲਣਾ,
ਅਸੀਂ ਅੰਦਰੋਂ ਬਦਲਣਾ ਸੀ। ਅੰਦਰ ਤੇ ਬਦਲਿਆ ਹੀ ਕੋਈ ਨਹੀਂ। ਬਾਹਰੋਂ ਨਿਰਮਲ ਜੀਓ ਮੈਲੇ, ਬਾਹਰੋਂ ਤਾਂ ਪਵਿੱਤਰ ਹੋ ਗਏ ਅਸੀਂ, ਪਰ ਅੰਦਰ ਤੇ ਮਲ ਉਦਾਂ ਹੀ ਭਰੀ ਪਈ ਹੈ। ਤੋ ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਨੇ ਗੁਰੂ ਦੇ ਰਾਹੀਂ ਗਿਆਨ ਲੈ ਲਿਆ, ਸੋਝੀ ਲੈ ਲਈ ਹੈ, ਉਹਨੇ ਫਿਰ ਆਪਣੀ ਸੋਚ ਬਦਲੀ, ਕਰਮ ਬਦਲਿਆ, ਫਿਰ ਧੁਰ ਤੋਂ ਉਸ ਮਾਲਕ ਦੀ ਬਖਸ਼ਿਸ਼ ਹੋਈ। ਉਹਦੀ ਬਖਸ਼ਿਸ਼ ਦੇ ਨਾਲ ਫਿਰ ਲਿਖਿਆਸ, ਉਹਦੇ ਮਸਤਕ ਤੇ ਚੰਗਾ ਲੇਖ ਲਿਖੇ, ਉਹਦੇ ਜੀਵਨ ਦੇ ਵਿੱਚ ਚੰਗਾ ਲੇਖ ਲਿਖਿਆ। ਤੇ ਜਦੋਂ ਚੰਗਾ ਲੇਖ ਲਿਖਿਆ ਫਿਰ ਸੁੱਖ ਹੀ ਸੁੱਖ ਹੈ।